ਅੱਜ ਆਓ ਅਸੀਂ ਪ੍ਰਾਰਥਨਾ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਸਿਰਲੇਖ ਦੇ ਉਪਦੇਸ਼ ਨਾਲ ਪ੍ਰਾਰਥਨਾ ਦੇ ਅਰਥ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਬਾਈਬਲ ਦੀਆਂ 66 ਪੁਸਤਕਾਂ ਦੀਆਂ ਸਿੱਖਿਆਵਾਂ ਅਨੁਸਾਰ ਪ੍ਰਾਰਥਨਾ ਇੱਕ ਬਹੁਤ ਹੀ ਮਹੱਤਵਪੂਰਨ ਉਪਕਰਨ ਹੈ ਜੋ ਸਾਨੂੰ ਪਰਮੇਸ਼ਰ ਦੀ ਸ਼ਕਤੀ ਨੂੰ ਮੰਗਣ ਦੀ ਆਗਿਆ ਦਿੰਦਾ ਹੈ। ਕਿ ਇਹ ਬਾਈਬਲ ਵਿੱਚ ਨਹੀਂ ਲਿਖਿਆ ਕਿ ਜਦ ਅਸੀਂ ਪ੍ਰਾਰਥਨਾ ਦੇ ਜ਼ਰੀਏ ਪਰਮੇਸ਼ਰ ਤੋਂ ਸਹਾਇਤਾ ਮੰਗਦੇ ਹਾਂ ਅਤੇ ਪਰਮੇਸ਼ਰ ਦੀ ਸ਼ਕਤੀ ਮੰਗਦੇ ਹਾਂ ਤਦ ਅਸੀਂ ਨਤੀਜੇ ਦੇ ਬਾਰੇ ਯਕੀਨਨ ਹੋ ਸਕਦੇ ਹਾਂ, ਕਿਉਂਕਿ ਤਦ ਪਰਮੇਸ਼ਰ ਇਸ ਵਿੱਚ ਸ਼ਾਮਿਲ ਹੁੰਦੇ ਹਨ। ਅਸੀਂ ਬਾਈਬਲ ਦੇ ਜ਼ਰੀਏ ਇਹ ਵੀ ਸਮਝ ਸਕਦੇ ਹਾਂ ਕਿ ਜਦ ਵੀ ਪਰਮੇਸ਼ਰ ਦਾ ਮਹਾਨ ਕੰਮ ਹੁੰਦਾ ਹੈ ਤਦ ਉਹ ਹਮੇਸ਼ਾ ਪ੍ਰਾਰਥਨਾ ਨਾਲ ਹੁੰਦਾ ਹੈ। 2000 ਸਾਲ ਪਹਿਲਾਂ ਜੈਤੂਨ ਪਹਾੜ ਤੋਂ ਯੀਸ਼ੂ ਦੇ ਸਵਰਗ ਜਾਣ ਦੇ ਬਾਅਦ ਰਸੂਲਾਂ ਨੇ 10 ਦਿਨਾਂ ਤੱਕ ਮਰਕੁਸ ਦੀ ਅਟਾਰੀ ਵਿੱਚ ਇਕੱਠੇ ਹੋ ਕੇ ਉਤਸੁਕਤਾ ਨਾਲ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ। ਅਜਿਹਾ ਇਸ ਲਈ ਸੀ ਕਿਉਂਕਿ ਯੀਸ਼ੂ ਨੇ ਸਵਰਗ ਜਾਣ ਤੋਂ ਪਹਿਲਾਂ ਪਵਿੱਤਰ ਆਤਮਾ ਦੀ ਸ਼ਕਤੀ ਚੇਲਿਆਂ ਤੇ ਡੋਲਣ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਚੇਲਿਆਂ ਨੂੰ ਯਰੂਸ਼ਲਮ ਵਿੱਚ ਰਹਿਣ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਹੋਣ ਤੱਕ ਉਡੀਕ ਕਰਨ ਲਈ ਕਿਹਾ ਸੀ। ਇਸ ਲਈ ਉਹਨਾਂ ਨੇ 10 ਦਿਨਾਂ ਤੱਕ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ ਅਤੇ ਪੈਂਤੀਕੋਸਤ ਦੇ ਦਿਨ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ। ਜਦ ਉਹਨਾਂ ਨੇ ਪਰਮੇਸ਼ਰ ਦੀ ਸ਼ਕਤੀ ਨਾਲ ਖੁਸ਼ਖਬਰੀ ਦਾ ਕੰਮ ਕੀਤਾ ਜਿਸ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਸੀ, ਹੈਰਾਨੀਜਨਕ ਅਤੇ ਸ਼ਾਨਦਾਰ ਚੀਜ਼ਾਂ ਹੋਈਆਂ। ਇਸ ਪ੍ਰਕਾਰ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਮੰਗਣ ਲਈ ਪ੍ਰਾਰਥਨਾ ਸਭ ਤੋਂ ਚੰਗਾ ਉਪਕਰਨ ਹੈ। ਇਹੀ ਕਾਰਨ ਹੈ ਕਿ ਪਰਮੇਸ਼ਰ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਸਾਨੂੰ ਪ੍ਰਾਰਥਨਾ ਦੇ ਜ਼ਰੀਏ ਕਰਨਾ ਚਾਹੀਦਾ ਹੈ। ਕਿ ਪਰਮੇਸ਼ਰ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਪ੍ਰਾਰਥਨਾ ਦੁਨੀਆ ਵਿੱਚ ਮੌਜੂਦ ਸੰਚਾਰ ਵਿਵਸਥਾ ਦੇ ਕਿਸੇ ਵੀ ਹੋਰ ਤਰੀਕੇ ਤੋਂ ਬਹੁਤ ਜ਼ਿਆਦਾ ਤੇਜ਼ ਹੈ। ਪੁਰਾਣੇ ਦਿਨਾਂ ਵਿੱਚ ਜਦ ਲੋਕ ਸੰਦੇਸ਼ ਪਹੁੰਚਾਉਂਦੇ ਸੀ ਤਦ ਉਹ ਸਾਧਾਰਨ ਡਾਕ ਦੀ ਵਰਤੋਂ ਕਰਦੇ ਸੀ ਜਾਂ ਉਸ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਉਹ ਐਕਸਪ੍ਰੈਸ ਡਾਕ ਦੀ ਵਰਤੋਂ ਕਰਦੇ ਸੀ। ਲੋਕ ਡਾਕ ਸੇਵਾਵਾਂ ਦੀ ਹੁਣ ਓਨੀ ਵਰਤੋਂ ਨਹੀਂ ਕਰਦੇ ਜਿੰਨਾ ਪਹਿਲਾਂ ਕਰਦੇ ਸੀ। ਇਨ੍ਹਾਂ ਦਿਨਾਂ ਵਿੱਚ ਲੋਕ ਈਮੇਲ ਦਾ ਇਸਤੇਮਾਲ ਕਰਦੇ ਹਨ। ਅੱਜਕੱਲ੍ਹ ਲੋਕ ਅਜਿਹੇ ਚੈਟ ਐਪਸ ਦੀ ਵੀ ਵਰਤੋਂ ਕਰਦੇ ਹਨ ਜੋ ਈਮੇਲ ਤੋਂ ਵੀ ਤੇਜ਼ ਹੁੰਦੇ ਹਨ ਅਤੇ ਉਹਨਾਂ ਐਪਸ ਦੇ ਜ਼ਰੀਏ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਸੰਪਰਕ ਕਰ ਸਕਦੇ ਹੋ। ਪਰ ਉਸ ਤੋਂ ਵੀ ਤੇਜ਼ ਸੰਚਾਰ ਸਾਧਨ ਹੈ, ਇਸ ਨੂੰ ਈਮੇਲ ਕਿਹਾ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਨੀ ਦਾ ਮਤਲਬ ਗੋਡਾ ਹੁੰਦਾ ਹੈ। ਸੰਦੇਸ਼ ਜਿਸ ਨੂੰ ਤੁਸੀਂ ਗੋਡੇ ਟੇਕ ਕੇ ਭੇਜਦੇ ਹੋ ਉਹ ਸਭ ਤੋਂ ਤੇਜ਼ ਸੰਚਾਰ ਸਾਧਨ ਹੈ। ਇਹੀ ਪ੍ਰਾਰਥਨਾ ਹੈ ਕਿ ਜਬਰਾਇਲ ਸਵਰਗਦੂਤ ਨੇ ਪਰਮੇਸ਼ਰ ਤੋਂ ਡੈਨੀਅਲ ਦੀ ਪ੍ਰਾਰਥਨਾ ਦਾ ਉੱਤਰ ਪ੍ਰਾਪਤ ਕਰਕੇ ਉਸ ਨੂੰ ਡੈਨੀਅਲ ਦੀ ਪ੍ਰਾਰਥਨਾ ਖਤਮ ਹੋਣ ਤੋਂ ਪਹਿਲਾਂ ਨਹੀਂ ਪਹੁੰਚਾਇਆ ਸੀ। ਇਸ ਲਈ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਪ੍ਰਾਰਥਨਾ ਬਹੁਤ ਜ਼ਰੂਰੀ ਹੈ। ਆਓ ਅਸੀਂ ਮੱਤੀ ਅਧਿਆਇ 7 ਵਚਨ 7 ਪੜ੍ਹੀਏ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ। ਇਹ ਮੇਰੇ ਸ਼ਬਦ ਨਹੀਂ ਹਨ ਪਰ ਇਹ ਪਰਮੇਸ਼ਰ ਦੇ ਵਚਨ ਹਨ ਜੋ ਉਹਨਾਂ ਨੇ 2000 ਸਾਲ ਪਹਿਲਾਂ ਦਿੱਤੇ ਜਦ ਉਹ ਇਸ ਧਰਤੀ ਤੇ ਸਰੀਰ ਵਿੱਚ ਹੋ ਕੇ ਆਏ ਸੀ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ। ਆਇਤ 9 ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਤਾਂ ਉਹਨੂੰ ਪੱਥਰ ਦੇਵੇ ਅਤੇ ਜੇ ਮੱਛੀ ਮੰਗੇ ਤਾਂ ਉਹਨੂੰ ਸੱਪ ਦੇਵੇ। ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੇਰੇ ਤੁਹਾਡਾ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ। ਇੱਥੇ ਪਰਮੇਸ਼ਰ ਨੇ ਕਿਹਾ ਮੰਗੋ ਅਤੇ ਜੋ ਕੁਝ ਤੁਸੀਂ ਮੰਗੋਗੇ ਉਹ ਤੁਹਾਨੂੰ ਦਿੱਤਾ ਜਾਵੇਗਾ। ਇਸ ਲਈ ਆਓ ਅਸੀਂ ਯਤਨ ਨਾਲ ਮੰਗੀਏ। ਪਰਮੇਸ਼ਰ ਕਹਿੰਦੇ ਹਨ ਪ੍ਰਾਰਥਨਾ ਕਰੋ ਤਦ ਤੁਹਾਨੂੰ ਦਿੱਤਾ ਜਾਵੇਗਾ ਅਤੇ ਢੂੰਡੋ ਤਦ ਤੁਸੀਂ ਪਾਓਗੇ, ਖੜਕਾਓ ਤਦ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਜੇ ਸਾਡੇ ਜੀਵਨ ਵਿੱਚ ਕੁਝ ਅਜਿਹਾ ਹੈ ਜਿਸ ਨੇ ਸਾਨੂੰ ਫਸਿਆ ਹੋਇਆ ਜਾਂ ਨਿਰਾਸ਼ ਮਹਿਸੂਸ ਕਰਾਇਆ ਹੈ ਜਾਂ ਜਿਸ ਦੇ ਲਈ ਸਾਨੂੰ ਕੋਈ ਹੱਲ ਨਜ਼ਰ ਨਹੀਂ ਆਉਂਦਾ ਤਦ ਸਾਨੂੰ ਪਿਤਾ ਅਤੇ ਮਾਤਾ ਜੀ ਦੀ ਕਿਰਪਾ ਦੇ ਅੰਦਰ ਖੜਕਾਉਣਾ ਚਾਹੀਦਾ ਹੈ ਅਤੇ ਉਤਸੁਕਤਾ ਨਾਲ ਮੰਗਣਾ ਚਾਹੀਦਾ ਹੈ। ਜਦ ਅਸੀਂ ਖੜਕਾਉਂਦੇ ਹਾਂ ਤਾਂ ਸਾਨੂੰ ਸਿਰਫ ਇੱਕ ਵਾਰ ਖੜਕਾਉਣਾ ਨਹੀਂ ਚਾਹੀਦਾ। ਜੇ ਇਹ ਨਹੀਂ ਖੁੱਲ੍ਹਦਾ
ਤਦ ਸਾਨੂੰ ਤਦ ਤੱਕ ਖੜਕਾਉਂਦੇ ਰਹਿਣਾ ਚਾਹੀਦਾ ਹੈ ਜਦ ਤੱਕ ਕਿ ਉਹ ਖੁੱਲ ਨਾ ਜਾਣ। ਇਸ ਲਈ ਪਰਮੇਸ਼ਰ ਨੇ ਕਿਹਾ ਹੈ, ਇੱਥੋਂ ਤੱਕ ਕਿ ਇਸ ਸੰਸਾਰ ਦੇ ਲੋਕ ਵੀ ਆਪਣੇ ਬੱਚਿਆਂ ਨੂੰ ਜੋ ਕੁਝ ਵੀ ਉਹ ਮੰਗਦੇ ਹਨ ਉਹ ਦਿੰਦੇ ਹਨ। ਤਦ ਤੁਹਾਡਾ ਸਵਰਗੀ ਪਿਤਾ ਉਹ ਜੋ ਤੁਸੀਂ ਮੰਗਦੇ ਹੋ ਤੁਹਾਨੂੰ ਕਿਉਂ ਨਹੀਂ ਦੇਵੇਗਾ। ਆਓ ਅਸੀਂ ਮਰਕੁਸ ਅਧਿਆਇ 9 ਤੇ ਜਾਈਏ। ਅਸੀਂ ਇਹ ਜਾਣਦੇ ਹਾਂ, ਪਰ ਕਦੇ-ਕਦੇ ਅਸੀਂ ਇਸ ਨੂੰ ਅਭਿਆਸ ਵਿੱਚ ਨਹੀਂ ਲਿਆਉਂਦਾ। ਨਤੀਜੇ ਵਜੋਂ ਅਸੀਂ ਪਰਮੇਸ਼ਰ ਦੇ ਵਾਅਦੇ ਦਾ ਸਵਾਦ ਚੱਖਣ ਅਤੇ ਉਸ ਨੂੰ ਮਹਿਸੂਸ ਕਰਨ ਵਿੱਚ ਅਸਫਲ ਹੋ ਜਾਂਦੇ ਹਾਂ। ਮਰਕੁਸ ਅਧਿਆਇ 9 ਵਚਨ 25 ਵਿੱਚ ਇਹ ਲਿਖਿਆ ਹੈ, ਜਦ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ, ਤਦ ਉਹਨੇ ਭ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਕਦੇ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਔਰ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇੱਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਜਾਂ ਯਿਸੂ ਘਰ ਵਿੱਚ ਆਇਆ ਤਾਂ ਉਹਦੇ ਚੇਲਿਆਂ ਨੇ ਨਿਰਾਲੇ ਵਿੱਚ ਉਹਦੇ ਕੋਲ ਅਰਜ਼ ਕੀਤੀ ਕਿ ਅਸੀਂ ਉਹਨੂੰ ਕਿਉਂ ਨਾ ਕੱਢ ਸਕੇ। ਉਸਨੇ ਉਹਨਾਂ ਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾਂ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਸਾਨੂੰ ਹਰ ਦਿਨ ਆਪਣੀਆਂ ਪ੍ਰਾਰਥਨਾਵਾਂ ਨੂੰ ਇਕੱਠਾ ਕਰਨ ਦੀ ਜ਼ਰੂਰਤ ਹੈ। ਕਿ ਬਾਈਬਲ ਇਹ ਨਹੀਂ ਕਹਿੰਦੀ ਕਿ ਜਦ ਪਰਮੇਸ਼ਰ ਦੀ ਸ਼ਕਤੀ ਮੰਗਣ ਦੀਆਂ ਸਾਡੀਆਂ ਪ੍ਰਾਰਥਨਾਵਾਂ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਜੇ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ਰ ਦੀ ਮਰਜ਼ੀ ਅਨੁਸਾਰ ਹੁੰਦੀਆਂ ਹਨ, ਤਦ ਪਰਮੇਸ਼ਰ ਅੰਤ ਵਿੱਚ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣਗੇ। ਪਰਮੇਸ਼ਰ ਨੇ ਸਪਸ਼ਟ ਰੂਪ ਨਾਲ ਕਿਹਾ, ਜੇ ਤੁਸੀਂ ਮੰਗੋਗੇ ਤਦ ਮੈਂ ਤੁਹਾਨੂੰ ਉਹ ਦੇਵਾਂਗਾ, ਜੇ ਤੁਸੀਂ ਢੂੰਡੋਗੇ ਤਦ ਤੁਸੀਂ ਪਾਓਗੇ, ਜੇ ਤੁਸੀਂ ਖੜਕਾਓਗੇ ਤਦ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਇਹ ਪਰਮੇਸ਼ਰ ਦਾ ਵਾਅਦਾ ਹੈ। ਪਰਮੇਸ਼ਰ ਮਨੁੱਖਾਂ ਦੀ ਤਰ੍ਹਾਂ ਕਦੇ ਝੂਠ ਨਹੀਂ ਬੋਲਦੇ ਜਾਂ ਕੋਈ ਅਜਿਹਾ ਵਾਅਦਾ ਨਹੀਂ ਕਰਦੇ ਜਿਸ ਨੂੰ ਉਹ ਪੂਰਾ ਨਹੀਂ ਕਰ ਸਕਦੇ। ਇਸ ਲਈ ਸਾਨੂੰ ਸਵੇਰ ਦੀ ਪ੍ਰਾਰਥਨਾ ਦੇ ਸਮੇਂ ਅਤੇ ਦੁਪਹਿਰ ਦੀ ਪ੍ਰਾਰਥਨਾ ਦੇ ਸਮੇਂ ਲਗਨ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਦਿਨ ਭਰ ਵਿੱਚ ਜੋ ਕੁਝ ਵੀ ਕਰਦੇ ਹਾਂ ਉਸ ਲਈ ਵੀ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਦ ਸਾਨੂੰ ਪਰਮੇਸ਼ਰ ਦੇ ਇਸ ਵਾਅਦੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜਦ ਤੁਸੀਂ ਮੰਗੋਗੇ ਤਦ ਤੁਹਾਨੂੰ ਦਿੱਤਾ ਜਾਵੇਗਾ ਅਤੇ ਜਦ ਤੁਸੀਂ ਖੜਕਾਓਗੇ ਤਦ ਤੁਹਾਡੇ ਲਈ ਖੋਲ੍ਹਿਆ ਜਾਵੇਗਾ ਅਤੇ ਜਦ ਤੁਸੀਂ ਢੂੰਡੋਗੇ ਤਦ ਤੁਸੀਂ ਪਾਓਗੇ। ਵਿਸ਼ਵਾਸ ਦੇ ਪੁਰਖਿਆਂ ਦੇ ਬਹੁਤ ਸਾਰੇ ਉਦਾਹਰਣ ਹਨ ਜਿਨ੍ਹਾਂ ਨੇ ਪ੍ਰਾਰਥਨਾ ਦੇ ਦੁਆਰਾ ਆਸ਼ੀਸ਼ਾਂ ਪ੍ਰਾਪਤ ਕੀਤੀਆਂ। ਏਲੀਆ ਦੀ ਪ੍ਰਾਰਥਨਾ ਨਾਲ ਕਰਮੇਲ ਪਹਾੜ ਤੇ 850 ਝੂਠੇ ਨਬੀਆਂ ਨੂੰ ਹਰਾਇਆ ਗਿਆ। ਯਹੋਸ਼ੂਆ ਦੀ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਨੇ ਲੜਾਈ ਦੇ ਦੌਰਾਨ ਸੂਰਜ ਨੂੰ ਪੂਰੇ ਦਿਨ ਆਕਾਸ਼ ਵਿੱਚ ਸਥਿਰ ਰੱਖਿਆ ਅਤੇ ਚੰਦਰਮਾ ਨੂੰ ਆਉਣ ਤੋਂ ਰੋਕ ਦਿੱਤਾ। ਅਜਿਹੀ ਹੈਰਾਨ ਕਰਨ ਵਾਲੀ ਸ਼ਕਤੀ ਪ੍ਰਦਰਸ਼ਿਤ ਹੋਈ ਜਦ ਪਰਮੇਸ਼ਰ ਨੇ ਉਸ ਦੀ ਪ੍ਰਾਰਥਨਾ ਦਾ ਉੱਤਰ ਦਿੱਤਾ। ਯਿਸੂ ਨੇ ਜੈਤੂਨ ਦੇ ਪਹਾੜ ਤੇ ਜੋ ਪ੍ਰਾਰਥਨਾ ਕੀਤੀ ਸੀ ਕਿ ਉਹ ਵੀ ਪੂਰੀ ਮਨੁੱਖ ਜਾਤੀ ਨੂੰ ਮੁਕਤੀ ਵੱਲ ਲੈ ਜਾਣ ਦਾ ਹੈਰਾਨੀਜਨਕ ਕੰਮ ਨਹੀਂ ਸੀ। ਸਾਡੇ ਸਭ ਲਈ ਜੋ ਪਰਮੇਸ਼ਰ ਤੇ ਵਿਸ਼ਵਾਸ ਕਰਦੇ ਹਾਂ, ਪ੍ਰਾਰਥਨਾ ਅਸਲ ਵਿੱਚ ਜ਼ਰੂਰੀ ਹੈ। ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਤਦ ਸਾਨੂੰ ਬਿਨਾਂ ਵਿਸ਼ਵਾਸ ਦੇ ਬਾਰ-ਬਾਰ ਸਿਰਫ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ, ਪਰ ਸਾਨੂੰ ਪੂਰੇ ਮਨ ਨਾਲ ਪ੍ਰਾਰਥਨਾ ਦੀ ਸ਼ਕਤੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਸੀਂ ਪਾਓਗੇ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਇਹ ਪਰਮੇਸ਼ਰ ਦਾ ਵਾਅਦਾ ਹੈ, ਕਿਉਂਕਿ ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਇਹ ਵਾਅਦਾ ਦਿੱਤਾ ਸੀ ਜਦ ਉਹ ਇਸ ਧਰਤੀ ਤੇ ਸਰੀਰ ਵਿੱਚ ਹੋ ਕੇ ਆਏ ਸੀ। ਇਸ ਲਈ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਲਈ ਯਤਨ ਨਾਲ ਮੰਗੀਏ ਅਤੇ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦੇ ਪ੍ਰਚਾਰ ਦੇ ਕੰਮ ਲਈ ਪ੍ਰਾਰਥਨਾ ਦੀ ਮਹਾਨ ਸ਼ਕਤੀ ਦਾ ਤਜਰਬਾ ਕਰੀਏ। 2000 ਸਾਲ ਪਹਿਲਾਂ ਰਸੂਲਾਂ ਨੇ ਪ੍ਰਾਰਥਨਾ ਹਫ਼ਤੇ ਦੇ ਦੌਰਾਨ ਯਤਨ ਨਾਲ ਪ੍ਰਾਰਥਨਾ ਕਰਕੇ ਪਵਿੱਤਰ ਆਤਮਾ ਪ੍ਰਾਪਤ ਕੀਤੀ ਸੀ। ਆਓ ਅਸੀਂ ਇਸ ਦੀ ਪੁਸ਼ਟੀ ਰਸੂਲਾਂ ਦੇ ਕਰਤੱਵ ਅਧਿਆਇ 1 ਦੁਆਰਾ ਕਰੀਏ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 12 ਪੜ੍ਹੀਏ। ਤਦ ਉਹ ਉਸ ਪਹਾੜ ਤੋਂ ਜਿਹੜਾ ਜੈਤੂਨ ਦਾ ਸਦੀਦਾ ਹੈ ਅਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ, ਯਰੂਸ਼ਲਮ ਨੂੰ ਮੁੜੇ ਅਰ ਜਾ ਪੁੱਜੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ। ਇੱਥੇ ਉਹ ਟਿਕਦੇ ਸਨ, ਅਰਥਾਤ ਪਤਰਸ ਅਰ ਯਹੂਨਾ ਅਰ ਯਾਕੂਬ ਅਰ ਅੰਦਰਿਆਸ ਅਰ ਫਿਲਿਪੁਸ ਅਰ ਥੋਮਾ ਅਰ ਬਰਥਲੋਮੀ ਅਰ ਮਤੀ ਅਰ ਹਲਫਾ ਦਾ ਪੁੱਤਰ ਯਾਕੂਬ ਅਰ ਸ਼ਮੋਨ ਜ਼ੇਲੋਤੇਸ
ਅਰ ਯਾਕੂਬ ਦਾ ਪੁੱਤਰ ਯਹੂਦਾ। ਇਹ ਸਭ ਇੱਕ ਮਨ ਹੋ ਕੇ ਇਸਤਰੀਆਂ ਅਤੇ ਯੀਸ਼ੂ ਦੀ ਮਾਤਾ ਮਰੀਅਮ ਅਤੇ ਉਹਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਉਨੀ ਦਿਨੀ ਪਤਰਸ ਭਾਈਆਂ ਦੇ ਵਿਚਕਾਰ ਸਾਰੇ ਮਿਲ ਕੇ ਕੋਈ 120 ਕੋ ਇਕੱਠੇ ਹੋਏ ਸਨ। ਖਲੋ ਕੇ ਬੋਲਿਆ। ਜੇ ਅਸੀਂ ਅੱਗੇ ਪੜ੍ਹਨਾ ਜਾਰੀ ਰੱਖੀਏ ਤਦ ਅਸੀਂ ਪਤਰਸ ਨੂੰ ਪਰਮੇਸ਼ਰ ਦੀ ਮਰਜ਼ੀ ਦਾ ਪ੍ਰਚਾਰ ਕਰਦੇ ਹੋਏ ਦੇਖ ਸਕਦੇ ਹਾਂ। ਆਇਤ 14 ਵਿੱਚ ਇਹ ਲਿਖਿਆ ਹੈ ਕਿ ਯੀਸ਼ੂ ਦੇ ਸਵਰਗ ਜਾਣ ਦੇ ਬਾਅਦ ਯੀਸ਼ੂ ਦੇ ਚੇਲੇ ਯੀਸ਼ੂ ਦੀ ਮਾਤਾ ਅਤੇ ਉਹਨਾਂ ਦੇ ਭਰਾਵਾਂ ਨਾਲ ਇੱਕ ਮਨ ਹੋ ਕੇ ਪ੍ਰਾਰਥਨਾ ਵਿੱਚ ਲੱਗੇ ਰਹੇ। ਮਰਕੁਸ ਦੇ ਚੁਬਾਰੇ ਵਿੱਚ ਲਗਭਗ 120 ਮਨੁੱਖ ਇਕੱਠੇ ਹੋਏ ਅਤੇ 10 ਦਿਨਾਂ ਤੱਕ ਯਤਨ ਨਾਲ ਪ੍ਰਾਰਥਨਾ ਕੀਤੀ। ਆਓ ਦੇਖੀਏ ਕਿ 10 ਦਿਨਾਂ ਦੇ ਬਾਅਦ ਪਰਮੇਸ਼ਰ ਨੇ ਕਿਵੇਂ ਉਹਨਾਂ ਦੀ ਪ੍ਰਾਰਥਨਾਵਾਂ ਦਾ ਉੱਤਰ ਦਿੱਤਾ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2:1 ਤੇ ਜਾਈਏ। ਜਦ ਪੈਂਤੀਕੋਸਤ ਦਾ ਦਿਨ ਆਇਆ, ਉਹ ਸਭ ਇੱਕ ਥਾਂ ਇਕੱਠੇ ਸਨ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਅਤੇ ਉਹਨਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ। ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਹਰੇਕ ਦੇਸ਼ ਵਿੱਚੋਂ ਜੋ ਆਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵਸਦੇ ਸਨ। ਸੋ ਜਾਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ ਅਤੇ ਲੋਕ ਹੱਕੇ ਬੱਕੇ ਰਹਿ ਗਏ ਕਿਉਂ ਜੋ ਹਰੇਕ ਨੇ ਉਹਨਾਂ ਨੂੰ ਆਪਣੀ ਆਪਣੀ ਬੋਲੀ ਬੋਲਦੇ ਸੁਣਿਆ। ਉਹ ਅਚਰਜ ਰਹਿ ਗਏ ਔਰ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਇਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂ? ਫਿਰ ਕਿੱਕਰ ਹਰੇਕ ਸਾਡੇ ਵਿੱਚੋਂ ਆਪਣੀ ਆਪਣੀ ਜਨਮ ਭੂਮੀ ਦੀ ਭਾਖਿਆ ਸੁਣਦਾ ਹੈ। ਅਸੀਂ ਜਿਹੜੇ ਪਾਰਥੀ ਅਰ ਮੇਦੀ ਅਰ ਇਲਾਮੀ ਹਾਂ ਅਤੇ ਮੈਸੋਪੋਟਾਮੀਆ ਅਰ ਯਹੂਦੀਆ ਅਰ ਕਪਦੂਕੀਆ ਅਰ ਪੁੰਤੁਸ ਅਰ ਆਸੀਆ ਫਰੂਗੀਆ ਅਰ ਪੁੰਫੁਲੀਆ ਅਰ ਮਿਸਰ ਅਰ ਲੀਬੀਆ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਨੇਰੇ ਦੇ ਲਾਗੇ ਹੈ। ਅਰ ਜਿਹੜੇ ਰੋਮੀ ਮੁਸਾਫਰ ਕੀ ਯਹੂਦੀ ਮੁਰੀਦ ਅਰ ਕਰੇਤੀ ਅਤੇ ਅਰਬੀ ਹਾਗੇ, ਉਹਨਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ। ਉਹਨਾਂ ਨੇ 10 ਦਿਨਾਂ ਤੱਕ ਬਹੁਤ ਯਤਨ ਨਾਲ ਪ੍ਰਾਰਥਨਾ ਕੀਤੀ। ਜਦ ਪੈਂਤੀਕੋਸਤ ਦਾ ਦਿਨ ਆਇਆ, ਪਹਿਲੇ ਚਰਚ ਦੇ ਸਾਰੇ ਸੰਤਾਂ ਨੇ ਪਰਮੇਸ਼ਰ ਦੇ ਪਵਿੱਤਰ ਆਤਮਾ ਦੀ ਸ਼ਕਤੀ ਨੂੰ ਪ੍ਰਾਪਤ ਕੀਤਾ ਅਤੇ ਖੁਸ਼ਖਬਰੀ ਦਾ ਤੇਜ਼ੀ ਨਾਲ ਪ੍ਰਚਾਰ ਕੀਤਾ ਗਿਆ। ਅਜਿਹਾ ਚਮਤਕਾਰੀ ਕੰਮ ਹੋਇਆ। ਹੈਰਾਨੀਜਨਕ ਚੀਜ਼ਾਂ ਜੋ ਖੁਸ਼ਖਬਰੀ ਦੇ ਕੰਮ ਵਿੱਚ ਕਦੇ ਨਹੀਂ ਹੋਈਆਂ ਸੀ ਹੋਣ ਲੱਗੀਆਂ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 2:37 ਪੜ੍ਹੀਏ। ਜਾਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿੱਦ ਗਏ ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ, ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯੀਸ਼ੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਓਗੇ, ਕਿਉਂਕਿ ਇਹ ਕਰਾਰ ਤੁਹਾਡੇ ਔਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ। ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ, ਭਾਈ ਆਪਣੇ ਆਪ ਨੂੰ ਇਸ ਕੱਬੀ ਪੀੜ੍ਹੀ ਕੋਲੋਂ ਬਚਾਓ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ 3,000 ਜਣੇ ਉਹਨਾਂ ਵਿੱਚ ਰਲ ਗਏ। ਇਹ ਸਭ ਪੈਂਤੀਕੋਸਤ ਦੇ ਦਿਨ ਦੇ ਪਹਿਲੇ ਚਰਚ ਦੇ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਪ੍ਰਾਪਤ ਕਰਨ ਦੇ ਬਾਅਦ ਹੋਇਆ। ਜਦ ਲੋਕਾਂ ਨੇ ਸਵਰਗ ਜਾਣ ਦੇ ਬਾਅਦ ਦੇ ਦਿਨ ਯੀਸ਼ੂ ਦੇ ਸਵਰਗ ਜਾਣ ਨੂੰ ਦੇਖਿਆ ਤਦ ਉਹ ਹੈਰਾਨ ਅਤੇ ਖੁਸ਼ ਹੋਏ। ਇਸ ਲਈ ਉਹਨਾਂ ਨੇ ਇਕੱਠੇ ਹੋ ਕੇ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ। ਜੋ ਇਕੱਠੇ ਹੋਏ ਸੀ ਉਹਨਾਂ ਦੀ ਗਿਣਤੀ ਲਗਭਗ 120 ਸੀ। ਯੀਸ਼ੂ ਨੇ 3.5 ਸਾਲ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਦੌਰਾਨ ਬਹੁਤ ਸਾਰੇ ਚਿੰਨ੍ਹ, ਹੈਰਾਨ ਕਰਨ ਵਾਲੇ ਕੰਮ ਅਤੇ ਚਮਤਕਾਰ ਦਿਖਾਏ। ਉਹਨਾਂ ਨੇ ਜੌਂ ਦੀਆਂ 5 ਰੋਟੀਆਂ ਅਤੇ 2 ਮੱਛੀਆਂ ਨਾਲ 5,000 ਲੋਕਾਂ ਨੂੰ ਖਵਾ ਕੇ ਆਪਣੀ ਹੈਰਾਨ ਕਰਨ ਵਾਲੀ ਸਮਰਥ ਨੂੰ ਦਿਖਾਇਆ ਅਤੇ ਬਚੇ ਹੋਏ ਟੁਕੜਿਆਂ ਨਾਲ 12 ਟੋਕਰੇ ਭਰ ਗਏ। ਹਾਲਾਂਕਿ ਸਿਰਫ 120 ਲੋਕਾਂ ਨੇ ਹੀ ਯੀਸ਼ੂ ਤੇ ਵਿਸ਼ਵਾਸ ਕੀਤਾ। 3.5 ਸਾਲ ਬਾਅਦ ਸਿਰਫ 120 ਵਿਸ਼ਵਾਸੀ ਸੀ, ਪਰ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨ ਦੇ ਬਾਅਦ ਪਤਰਸ ਨੇ ਇੱਕ ਦਿਨ ਵਿੱਚ ਕਿੰਨੇ ਲੋਕਾਂ ਦੀ ਬਪਤਿਸਮਾ ਦੇ ਵੱਲ ਅਗਵਾਈ ਕੀਤੀ। ਉਸਨੇ 3.5 ਸਾਲ ਦਾ ਸਮਾਂ ਨਹੀਂ ਲਿਆ, ਪਰ ਸਿਰਫ ਇੱਕ ਦਿਨ ਵਿੱਚ 3,000 ਲੋਕਾਂ ਦੀ ਬਪਤਿਸਮੇ ਦੇ ਵੱਲ ਅਗਵਾਈ ਕੀਤੀ। ਚੇਲਿਆਂ ਲਈ ਪਵਿੱਤਰ ਆਤਮਾ ਦੀ ਇਸ ਸ਼ਕਤੀ ਨੂੰ ਪ੍ਰਾਪਤ ਕਰਨਾ ਕਿਵੇਂ ਸੰਭਵ ਸੀ? ਜੇ ਤੁਸੀਂ ਅਧਿਆਇ 1 ਆਇਤ 14 ਵਿੱਚ ਪੜ੍ਹੋ ਤਦ ਚੇਲਿਆਂ ਨੇ ਇਕੱਠੇ ਹੋ ਕੇ ਕੀ ਕੀਤਾ? ਇਹ ਸਭ ਇੱਕ ਮਨ ਹੋ ਕੇ ਪ੍ਰਾਰਥਨਾ ਵਿੱਚ ਲੱਗੇ ਰਹੇ। ਮਰਕੁਸ ਅਧਿਆਇ 9 ਵਿੱਚ ਯੀਸ਼ੂ ਨੇ ਕਿਹਾ
ਇਹ ਜਾਤੀ ਬਿਨਾਂ ਪ੍ਰਾਰਥਨਾ ਕਿਸੇ ਹੋਰ ਤਰੀਕੇ ਨਾਲ ਨਹੀਂ ਨਿਕਲ ਸਕਦੀ। ਇਮਾਨਦਾਰੀ ਨਾਲ ਪ੍ਰਾਰਥਨਾ ਕਰੋ। ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਸੀਂ ਪਾਓਗੇ, ਟਿਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਸਾਰੇ ਲੋਕੋ, ਇਸ ਧਰਤੀ ਤੇ ਕੁਝ ਕੰਮ ਹਨ ਜਿਸ ਨੂੰ ਸਾਨੂੰ ਪਿਤਾ ਦੇ ਆਉਣ ਤੱਕ ਕਰਨਾ ਚਾਹੀਦਾ ਹੈ। ਸਾਨੂੰ ਗੁਆਚੇ ਹੋਏ ਭਰਾਵਾਂ ਅਤੇ ਭੈਣਾਂ ਨੂੰ ਲੱਭਣਾ ਚਾਹੀਦਾ ਹੈ, ਅਤੇ ਕਿਉਂਕਿ ਪਰਮੇਸ਼ਰ ਨੇ ਕਿਹਾ ਚਾਹੀਦਾ ਹੈ ਕਿ ਤੁਸੀਂ ਸਿੱਧ ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਸਿੱਧ ਹੈ। ਸਾਨੂੰ ਆਪਣੇ ਅੰਦਰ ਦੀਆਂ ਅਪੂਰਨ ਚੀਜ਼ਾਂ ਨੂੰ ਬਦਲਣਾ ਚਾਹੀਦਾ ਹੈ, ਇੱਥੋਂ ਤੱਕ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਬਦਲਣਾ ਸਾਨੂੰ ਔਖਾ ਲੱਗਦਾ ਹੈ। ਅਜਿਹਾ ਕਰਨ ਦੇ ਦੁਆਰਾ ਜਦ ਪਰਮੇਸ਼ਰ ਆਉਣਗੇ ਤਦ ਕਿ ਅਸੀਂ ਉਹਨਾਂ ਦੇ ਸਾਹਮਣੇ ਨਿਰਦੋਸ਼ ਅਤੇ ਪਾਪ ਰਹਿਤ ਖੜੇ ਨਹੀਂ ਹੋ ਪਾਵਾਂਗੇ, ਕਿਉਂਕਿ ਸਾਰੇ ਮਨੁੱਖਾਂ ਕੋਲ ਪਾਪ ਵਾਲਾ ਸੁਭਾਅ ਹੈ। ਇਸ ਲਈ ਅਸੀਂ ਇਹ ਖੁਦ ਨਹੀਂ ਕਰ ਸਕਦੇ। ਇਹ ਸਿਰਫ ਪਰਮੇਸ਼ਰ ਦੀ ਸਹਾਇਤਾ ਨਾਲ ਹੀ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਸਾਨੂੰ ਠੀਕ ਕਰਦੇ ਹਨ ਅਤੇ ਬਦਲਦੇ ਹਨ। ਇੱਕ ਦਿਨ ਵਿੱਚ 3000 ਲੋਕਾਂ ਨੂੰ ਪਛਤਾਵਾ ਵੱਲ ਲੈ ਜਾਣ ਦਾ ਕੰਮ ਪਤਰਸ ਦੀ ਆਪਣੀ ਸਮਰਥ ਨਾਲ ਨਹੀਂ ਕੀਤਾ ਜਾ ਸਕਦਾ ਸੀ। ਉਸਨੇ ਪਰਮੇਸ਼ਰ ਤੋਂ ਪਵਿੱਤਰ ਆਤਮਾ ਮੰਗਿਆ। ਜਦ ਉਹ ਪਵਿੱਤਰ ਆਤਮਾ ਨਾਲ ਪ੍ਰੇਰਿਤ ਹੋਇਆ ਅਤੇ ਵਚਨ ਦਾ ਪ੍ਰਚਾਰ ਕੀਤਾ, ਪਵਿੱਤਰ ਆਤਮਾ ਦੀ ਸ਼ਕਤੀ ਕਰਕੇ 3000 ਲੋਕਾਂ ਨੇ ਉਸੇ ਸਮੇਂ ਅਤੇ ਉਸੇ ਜਗ੍ਹਾ ਤੇ ਪ੍ਰਾਸ਼ਚਿਤ ਕੀਤਾ। ਅਜਿਹਾ ਹੈਰਾਨ ਕਰਨ ਵਾਲਾ ਕੰਮ ਪ੍ਰਾਰਥਨਾ ਦੁਆਰਾ ਪੂਰਾ ਕੀਤਾ ਗਿਆ। ਕਿਰਪਾ ਕਰਕੇ ਇਸ ਨੂੰ ਯਾਦ ਰੱਖੋ। ਆਓ ਅਸੀਂ ਪ੍ਰਾਰਥਨਾ ਦੇ ਸੰਬੰਧ ਵਿੱਚ ਯੀਸ਼ੂ ਦੀਆਂ ਕੁਝ ਹੋਰ ਸਿੱਖਿਆਵਾਂ ਨੂੰ ਦੇਖੀਏ। ਲੂਕਾ ਅਧਿਆਇ 11 ਵਚਨ 5 ਵਿੱਚ ਇਹ ਲਿਖਿਆ ਹੈ, ਉਸਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਹਨੂੰ ਕਵੇ, ਮਿੱਤਰਾ 3 ਰੋਟੀਆਂ ਮੈਨੂੰ ਉਧਾਰੀ ਦੇ, ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਵੀ ਨਹੀਂ ਜੋ ਉਹਦੇ ਅੱਗੇ ਰੱਖਾਂ। ਪਰ ਉਹ ਅੰਦਰੋਂ ਉੱਤਰ ਦੇਵੇ, ਭਾਈ ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ। ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹਨੂੰ ਨਾ ਦੇਵੇ, ਪਰ ਉਹਦੇ ਢੀਠਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹਨੂੰ ਦੇਵੇਗਾ। ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ, ਅਤੇ ਜਿਹੜਾ ਢੂੰਡਦਾ ਹੈ ਉਹਨੂੰ ਲੱਭਦਾ ਹੈ, ਅਤੇ ਜਿਹੜਾ ਖੜਕਾਉਂਦਾ ਹੈ ਉਹਦੇ ਲਈ ਖੋਲ੍ਹਿਆ ਜਾਵੇਗਾ। ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਓ ਹੈ ਕਿ ਜੇ ਉਹਦਾ ਪੁੱਤਰ ਮੱਛੀ ਮੰਗੇ ਤਾਂ ਉਹ ਮੱਛੀ ਦੇ ਥਾਂ ਸੱਪ ਦੇਵੇਗਾ, ਜਾਂ ਜੇ ਆਂਡਾ ਮੰਗੇ ਤਾਂ ਉਹਨੂੰ ਬਿੱਛੂ ਦੇਵੇਗਾ। ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ, ਤਾਂ ਉਹ ਸਵਰਗੀ ਪਿਤਾ ਕਿੰਨਾ ਵਧੇਰੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਦੇਵੇਗਾ। ਇਹ ਨਹੀਂ ਕਿਹਾ ਗਿਆ ਕਿ ਕੁਝ ਪ੍ਰਾਪਤ ਕਰਨ ਲਈ ਸਾਨੂੰ ਉਸ ਨੂੰ ਮੰਗਣਾ ਚਾਹੀਦਾ ਹੈ। ਆਓ ਅਸੀਂ ਯਤਨ ਨਾਲ ਮੰਗਣ ਵਾਲੇ ਬਣੀਏ। ਆਓ ਅਸੀਂ ਪਹਿਲਾ ਯਹੂਨਾ ਅਧਿਆਇ 5 ਵਚਨ 13 ਦੇਖੀਏ। ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ, ਅਰਥਾਤ ਤੁਹਾਨੂੰ ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਨਾਮ ਉੱਤੇ ਨੇਚਾ ਕਰਦੇ ਹੋ, ਭਾਈ ਤੁਸੀਂ ਜਾਣੋ ਜੋ ਸਦੀਪਕ ਜੀਵਨ ਤੁਹਾਨੂੰ ਮਿਲਿਆ ਹੈ। ਪਰਮੇਸ਼ਰ ਦੇ ਕੋਲ ਜਾਣ ਲਈ ਸਾਡੇ ਕੋਲ ਕਿਸ ਪ੍ਰਕਾਰ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਉਹਨਾਂ ਦੀ ਮਰਜ਼ੀ ਅਨੁਸਾਰ ਕੁਝ ਵੀ ਮੰਗਦੇ ਹਾਂ, ਪਰਮੇਸ਼ਰ ਕੀ ਕਰਦੇ ਹਨ? ਉਹ ਸਾਡੀ ਸੁਣਦੇ ਹਨ। ਜੋ ਵੀ ਅਸੀਂ ਮੰਗਦੇ ਹਾਂ ਉਸ ਨੂੰ ਉਹ ਸੁਣਦੇ ਹਨ। ਆਇਤ 15, ਅਤੇ ਜੇ ਅਸੀਂ ਜਾਣਦੇ ਹਾਂ ਭਾਈ ਜੋ ਕੁਝ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਭਾਈ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਅਸਾਂ ਉਸ ਤੋਂ ਮੰਗੀਆਂ ਹਨ ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ ਹਨ। ਪਰਮੇਸ਼ਰ ਨੇ ਕਿਹਾ ਕਿ ਅਸੀਂ ਜੋ ਕੁਝ ਵੀ ਮੰਗਦੇ ਹਾਂ ਉਸ ਨੂੰ ਪਰਮੇਸ਼ਰ ਸੁਣਦੇ ਹਨ। ਸਾਨੂੰ ਜੋ ਚਾਹੀਦਾ ਹੈ, ਜਦ ਅਸੀਂ ਉਸ ਨੂੰ ਇਮਾਨਦਾਰੀ ਨਾਲ ਪਰਮੇਸ਼ਰ ਤੋਂ ਮੰਗਦੇ ਹਾਂ, ਤਦ ਉਹ ਸਾਨੂੰ ਪੱਕੇ ਤੌਰ ਤੇ ਉਹ ਦੇਣ ਦਾ ਵਾਅਦਾ ਕਰਦੇ ਹਨ। ਆਓ ਅਸੀਂ ਪਹਿਲਾ ਯਹੂਨਾ ਅਧਿਆਇ 3 ਵਚਨ 20 ਦੇਖੀਏ। ਇਸ ਲਈ ਜੋ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਨੀ ਜਾਨ ਹੈ। ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ਰ ਦੇ ਅੱਗੇ ਸਾਨੂੰ ਦਲੇਰੀ ਹੈ, ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਉਸ ਤੋਂ ਸਾਨੂੰ ਮਿਲਦਾ ਹੈ, ਕਿਉਂ ਜੋ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹਨੂੰ ਭਾਉਂਦੇ ਹਨ। ਇੱਥੇ ਵੀ ਇਹ ਲਿਖਿਆ ਹੈ, ਜੋ ਕੁਝ ਅਸੀਂ ਮੰਗਦੇ ਹਾਂ ਸੋ ਉਸ ਤੋਂ ਸਾਨੂੰ ਮਿਲਦਾ ਹੈ। ਅਸੀਂ ਜੋ ਮੰਗਦੇ ਹਾਂ ਜੇ ਉਸ ਨੂੰ ਪਰਮੇਸ਼ਰ ਪ੍ਰਦਾਨ ਨਹੀਂ ਕਰਦੇ
ਤਦ ਉਹ ਬਾਈਬਲ ਦੇ ਕਈ ਹਿੱਸਿਆਂ ਵਿੱਚ ਇਹ ਨਹੀਂ ਕਹਿੰਦੇ ਕਿ ਜਦ ਤੁਸੀਂ ਪ੍ਰਾਰਥਨਾ ਕਰੋਗੇ ਤਦ ਤੁਹਾਨੂੰ ਦਿੱਤਾ ਜਾਵੇਗਾ ਅਤੇ ਤੁਸੀਂ ਸਭ ਕੁਝ ਪਾਓਗੇ ਅਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ? ਦਾਊਦ ਨੇ ਹਰ ਦਿਨ ਪਰਮੇਸ਼ਰ ਤੋਂ ਕਈ ਵਾਰ ਪ੍ਰਾਰਥਨਾ ਕੀਤੀ। ਸੁਲੇਮਾਨ ਨੇ ਪਰਮੇਸ਼ਰ ਨੂੰ 1000 ਹੋਮ ਬਲੀ ਚੜਾਉਣ ਦੇ ਬਾਅਦ ਪਰਮੇਸ਼ਰ ਤੋਂ ਪ੍ਰਾਪਤ ਗਿਆਨ ਦੇ ਨਾਲ ਇਜ਼ਰਾਈਲ ਨੂੰ ਇੱਕ ਬਹੁਤ ਹੀ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਰਾਜ ਬਣਾਇਆ। ਸੁਲੇਮਾਨ ਨੇ ਇਜ਼ਰਾਈਲ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਲਈ ਕਈ ਪ੍ਰਾਰਥਨਾਵਾਂ ਕੀਤੀਆਂ। ਯਹੋਸ਼ੂਆ, ਮੂਸਾ, ਅਬਰਾਹਮ ਅਤੇ ਵਿਸ਼ਵਾਸ ਦੇ ਸਾਰੇ ਪੁਰਖੇ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਪ੍ਰਾਰਥਨਾ ਦੇ ਜ਼ਰੀਏ ਕਿਰਪਾਪੂਰਨ ਅਤੇ ਸੁੰਦਰ ਵਿਸ਼ਵਾਸ ਦਾ ਜੀਵਨ ਜਿਉਣ ਦੇ ਯੋਗ ਸੀ। ਪਹਿਲੇ ਚਰਚ ਦੇ ਸੰਤਾਂ ਦੇ ਜੀਵਨ ਨਾਲ ਵੀ ਅਜਿਹਾ ਹੀ ਸੀ। ਭਾਵੇਂ ਹੀ ਉਹਨਾਂ ਤੇ ਸ਼ੇਰਾਂ ਦੇ ਸ਼ਿਕਾਰ ਬਣਨ ਵਰਗਾ ਅਤਿਆਚਾਰ ਕੀਤਾ ਗਿਆ ਜਾਂ ਉਹ ਜੰਗਲਾਂ ਅਤੇ ਪਹਾੜਾਂ ਵਿੱਚ ਭਟਕਦੇ ਰਹਿਣ, ਉਹ ਕਦੇ ਨਹੀਂ ਡਰੇ। ਇਹਨਾਂ ਦੇ ਇਲਾਵਾ ਸਦੀਪਕ ਸਵਰਗ ਦੇ ਰਾਜ ਲਈ ਉਹਨਾਂ ਦੀ ਆਸ ਦਾ ਦੀਪਕ ਕਦੇ ਵੀ ਨਹੀਂ ਬੁਝਿਆ। ਕਿ ਇਹ ਸਭ ਉਸ ਪ੍ਰਾਰਥਨਾ ਦੀ ਸ਼ਕਤੀ ਕਰਕੇ ਨਹੀਂ ਸੀ ਜਿਸ ਦਾ ਵਾਅਦਾ ਪਰਮੇਸ਼ਰ ਨੇ ਉਹਨਾਂ ਨਾਲ ਕੀਤਾ ਸੀ। ਮੈਂ ਆਸ ਕਰਦਾ ਹਾਂ ਕਿ ਅਸੀਂ ਸਭ ਆਪਣੀਆਂ ਕਮੀਆਂ ਲਈ ਵਿਸ਼ਵਾਸ ਨਾਲ ਯਤਨ ਨਾਲ ਪ੍ਰਾਰਥਨਾ ਕਰਾਂਗੇ ਅਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਜਲਦੀ ਕੀਤਾ ਜਾਵੇਗਾ, ਤਾਂ ਜੋ ਸਵਰਗੀ ਪਿਤਾ ਜੀ ਜਲਦੀ ਆਉਣ ਅਤੇ ਸਾਨੂੰ ਸਾਡੇ ਸਦੀਪਕ ਘਰ ਲੈ ਜਾਣ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਸਾਡੇ ਗੁਆਚੇ ਹੋਏ ਭਰਾਵਾਂ ਅਤੇ ਭੈਣਾਂ ਦੀਆਂ ਅੱਖਾਂ, ਕੰਨ ਅਤੇ ਮਨਾਂ ਨੂੰ ਖੋਲ ਦੇਣ। ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਬਲਕਿ ਲਗਨ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਇਸ ਸੰਦੇਸ਼ ਨਾਲ ਨਰਸਿੰਗੇ ਨੂੰ ਫੂਕਣਾ ਚਾਹੀਦਾ ਹੈ ਕਿ ਜਲਦੀ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਦੇ ਕੋਲ ਆਓ ਜੋ ਆਤਮਾ ਤੇ ਲਾੜੀ ਹਨ। ਆਓ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੀਏ। ਪਰਮੇਸ਼ਰ ਨੇ ਕਿਹਾ ਹੈ ਕਿ ਅਸੀਂ ਜੋ ਕੁਝ ਮੰਗਦੇ ਹਾਂ ਉਹ ਸਾਨੂੰ ਦੇਣਗੇ। ਕਿ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਉਹ ਦੇਣਗੇ ਜੋ ਅਸੀਂ ਉਹਨਾਂ ਤੋਂ ਮੰਗਦੇ ਹਾਂ। ਪਰਮੇਸ਼ਰ ਨੇ ਕਿਹਾ ਢੂੰਡੋ ਤਦ ਤੁਸੀਂ ਪਾਓਗੇ। ਪਰਮੇਸ਼ਰ ਨੇ ਸਾਨੂੰ ਇੱਕ ਪੂਰਵ ਸ਼ਰਤ ਦਿੱਤੀ ਹੈ ਕਿ ਢੂੰਡੋ। ਇਸ ਲਈ ਸਾਨੂੰ ਢੂੰਡਣ ਲਈ ਜ਼ਰੂਰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ਰ ਨੇ ਕਿਹਾ ਮੰਗੋ। ਇਸ ਲਈ ਸਾਨੂੰ ਮੰਗਣ ਲਈ ਜ਼ਰੂਰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦ ਅਸੀਂ ਖੜਕਾਵਾਂਗੇ ਤਦ ਕੀ ਹੋਵੇਗਾ? ਤਦ ਖੋਲ੍ਹਿਆ ਜਾਵੇਗਾ। ਇਹ ਆਪਣੇ ਆਪ ਨਹੀਂ ਖੁੱਲਦਾ। ਜਦ ਅਸੀਂ ਖੜਕਾਉਂਦੇ ਹਾਂ ਤਦ ਉਹ ਖੁੱਲਦਾ ਹੈ। ਜਦ ਅਸੀਂ ਢੂੰਡਦੇ ਹਾਂ ਤਦ ਸਾਨੂੰ ਮਿਲਦਾ ਹੈ। ਜਦ ਅਸੀਂ ਮੰਗਦੇ ਹਾਂ ਤਦ ਅਸੀਂ ਪਾਉਂਦੇ ਹਾਂ। ਕਿਉਂਕਿ ਪ੍ਰਾਰਥਨਾ ਪਰਮੇਸ਼ਰ ਦੀ ਸ਼ਕਤੀ ਨੂੰ ਬੁਲਾਉਣ ਲਈ ਸਭ ਤੋਂ ਮਹੱਤਵਪੂਰਨ ਉਪਕਰਨ ਹੈ। ਇਸ ਲਈ ਆਓ ਅਸੀਂ ਇਕੱਠੇ ਮਿਲ ਕੇ ਯਤਨ ਨਾਲ ਪਰਮੇਸ਼ਰ ਤੋਂ ਪ੍ਰਾਰਥਨਾ ਕਰੀਏ, ਤਾਂ ਜੋ ਅਸੀਂ ਆਤਮਿਕ ਰੂਪ ਨਾਲ ਮੁਕਤੀ ਦੀ ਮਹਾਨ ਵਡਿਆਈ ਦਾ ਤਜਰਬਾ ਕਰ ਸਕੀਏ ਜਿਸ ਨੂੰ ਪਿਤਾ ਅਤੇ ਮਾਤਾ ਜੀ ਨੇ ਮਨੁੱਖ ਜਾਤੀ ਨੂੰ ਦਿੱਤਾ ਹੈ। ਆਓ ਅਸੀਂ ਇਹ ਵੀ ਪ੍ਰਾਰਥਨਾ ਕਰੀਏ ਕਿ ਉਹ ਵਡਿਆਈ ਭਰੇ ਦਿਨ ਜਦ ਅਸੀਂ ਇਕੱਠੇ ਸਦੀਪਕ ਸਵਰਗੀ ਘਰ ਵਾਪਸ ਜਾਵਾਂਗੇ ਜਲਦੀ ਆਵੇਗਾ। ਸੰਸਾਰਿਕ ਵਸਤਾਂ ਲਈ ਪ੍ਰਾਰਥਨਾ ਕਰਨ ਦੇ ਬਦਲੇ ਜੋ ਪਲ ਭਰ ਲਈ ਹੈ ਤੇ ਫਿਰ ਗਾਇਬ ਹੋ ਜਾਣਗੀਆਂ, ਆਓ ਅਸੀਂ ਆਤਮਾ ਦੇ ਸਦੀਪਕ ਜੀਵਨ ਲਈ ਪ੍ਰਾਰਥਨਾ ਕਰੀਏ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਨਾਲ ਅਜਿਹਾ ਕਰਨ ਲਈ ਕਹਿੰਦੇ ਹੋਏ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।